ਨਿਜ ਘਰ ਵਾਸਾ ਹੋਏ। ਡੰਡਾਉਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਅਦਬ ਸਤਿਕਾਰ ਸਹਿਤ ਬੁਲਾਈ ਹੋਈ ਫਤਿਹ। ਆਪ ਸਮੂਹ ਸਾਧ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੁਗੋ ਯੁਗ ਅਟਲ ਸਮੁੱਚੀ ਮਾਨਵਤਾ ਦੇ ਰਹਿਬਰ, ਸਾਂਝੀਵਾਲਤਾ ਦੇ ਪ੍ਰਤੀਕ, ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਸਰੂਪ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਤੇ ਸੁਭਾਏਮਾਨ ਹੋ ਰਹੀ ਸਾਧ ਸੰਗਤ ਜੀ, ਆਪ ਸਭ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਹਾਦਤ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਤਨ ਮਨ ਧਨ ਦੁਆਰਾ ਹਾਜ਼ਰੀਆਂ ਭਰਨ ਦਾ ਸ਼ੁਭ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ, ਗੁਰੂ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸੱਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰਬਾਣੀ ਦੇ ਨਿਤਨੇਮ, ਗੁਰਬਾਣੀ ਜੀ ਦੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹੋਇਆ ਹੈ। ਆਪ ਵਡਭਾਗੀ ਸਾਧ ਸੰਗਤ ਨੇ ਬੜੇ ਪ੍ਰੇਮ ਨਾਲ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਗੁਰੂ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਗੁਰਬਾਣੀ ਅਤੇ ਗੁਰਬਾਣੀ ਦੇ ਕੀਰਤਨ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਗੁਰੂ ਘਰ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸਾਧ ਸੰਗਤ ਜੀ, ਵਿਦਵਾਨਾਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ, ਮਨੁੱਖਾ ਜੀਵਨ ਸਫਲ ਕਰਨ ਵਾਸਤੇ ਤਿੰਨ ਸਾਧਨ ਮੰਨੇ ਹਨ। ਪਹਿਲਾ ਹੈ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰਨਾ, ਨਾਮ ਨੂੰ, ਗੁਰਬਾਣੀ ਨੂੰ ਸਰਵਣ ਕਰਨਾ। ਦੂਸਰਾ ਹੈ ਗੁਰਬਾਣੀ ਦਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦਾ ਮੰਨਣ ਕਰਨਾ, ਉਸ ਦੇ ਉੱਪਰ ਭਰੋਸਾ ਕਰਨਾ। ਔਰ ਤੀਸਰਾ ਸਾਧਨ ਮੰਨਿਆ ਗਿਆ ਹੈ ਨਿਧਿਆਸਨ ਕਰਨਾ। ਜੋ ਸਤਿਗੁਰੂ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ, ਉਸ ਦਾ ਮੰਨਣ ਕੀਤਾ ਹੈ, ਫਿਰ ਉਸ ਦੀ ਕਮਾਈ ਕਰਨੀ, ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲਣਾ। ਜਿਵੇਂ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦਿੱਤੀ, ਉਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣਾ ਅਤੇ ਆਪਣੇ ਜੀਵਨ ਨੂੰ ਸਫਲ ਕਰਨਾ, ਲੋਕ ਪਰਲੋਕ ਸਫਲ ਕਰਨਾ। ਇਹ ਤਿੰਨ ਸਾਧਨ ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਰਣਨ ਕੀਤੇ ਹਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਇਸੇ ਪ੍ਰਕਾਰ ਧੰਨ ਸ੍ਰੀ ਗੁਰੂ ਅਮਰਦਾਸ
ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਗੁਰੂ ਦਰਬਾਰ ਦੇ ਵਿੱਚ, ਗੁਰੂ ਘਰ ਦੇ ਵਿੱਚ ਆਪਣੇ ਆਪ ਨੂੰ ਸੇਵਕ ਅਖਵਾਉਣ ਵਾਲੇ, ਸਿੱਖ ਅਖਵਾਉਣ ਵਾਲੇ ਸਾਰੇ ਆਉਂਦੇ ਹਨ। ਸਾਰੇ ਉੱਤਮ ਸ੍ਰੇਸ਼ਟ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਗਾਉਂਦੇ ਹਨ, ਸਰਵਣ ਕਰਦੇ ਹਨ। ਪਰ ਗਾਵਿਆ ਸੁਣਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਥਾਂ ਉਹਨਾਂ ਦਾ ਪਾਉਂਦੇ ਹਨ, ਸਫਲ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਨੇ ਗੁਰਬਾਣੀ ਨੂੰ, ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ, ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਸੱਤ ਸੱਤ ਕਰਕੇ ਮੰਨਣਾ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਨਿਰਣੇ ਪੂਰਵਕ ਕਮਾਉਣਾ ਕੀਤਾ ਹੈ। ਉਹਨਾਂ ਦਾ ਗਾਵਿਆ ਸੁਣਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਥਾਂ ਪਾਉਂਦੇ ਹਨ। ਗੁਰੂ ਘਰ ਦੇ ਮਹਾਨ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ, ਸਿੱਖਿਆ ਨੂੰ ਕਮਾਉਣ ਦਾ ਬਹੁਤ ਵੱਡਾ ਉਪਦੇਸ਼ ਲਾਭ ਕਥਨ ਕੀਤਾ ਹੈ। ਅੱਜ ਅਸੀਂ ਗੁਰੂ ਘਰ ਆਉਂਦੇ ਹਾਂ, ਗੁਰਬਾਣੀ ਵੀ ਪੜ੍ਹਦੇ ਹਾਂ, ਗੁਰਬਾਣੀ ਸੁਣਦੇ ਵੀ ਹਾਂ, ਕਥਾ ਵੀ, ਕੀਰਤਨ ਵੀ ਸੁਣਦੇ ਹਾਂ, ਪਰ ਅੱਜ ਤੋਂ 2 ਸਾਲ ਜਾਂ 5 ਸਾਲ ਪਹਿਲਾਂ ਸਾਡਾ ਸੁਭਾਅ ਸੀ, ਸਾਡੇ ਜੀਵਨ ਦੇ ਵਿੱਚ ਔਗਣ ਸਨ, ਜੇ ਸਾਡੇ ਸੁਭਾਅ ਦੇ ਵਿੱਚ ਪਹਿਲਾਂ ਵਾਲੇ ਸੁਭਾਅ ਨਾਲੋਂ ਕੋਈ ਤਬਦੀਲੀ ਨਹੀਂ ਆਈ, ਸਾਡੀ ਅਵਸਥਾ ਦੇ ਵਿੱਚ ਕੋਈ ਫਰਕ ਨਹੀਂ ਪਿਆ, ਸਾਡੀ ਅਵਸਥਾ ਦੀ ਤਰੱਕੀ ਕਿਉਂ ਨਹੀਂ ਹੁੰਦੀ, ਧਾਰਮਿਕ ਮੰਜ਼ਿਲ 'ਤੇ ਅਸੀਂ ਕਿਉਂ ਨਹੀਂ ਪਹੁੰਚਦੇ, ਤਾਂ ਸਾਡੇ ਵਿੱਚ ਸਭ ਤੋਂ ਵੱਡੀ ਇਹ ਘਾਟ ਹੈ ਕਿ ਅਸੀਂ ਬਹਿ ਕਰਕੇ ਗੁਰਬਾਣੀ ਸੁਣ ਤੇ ਲੈਂਦੇ ਹਾਂ, ਕਥਾ ਕੀਰਤਨ ਸੁਣ ਤੇ ਲੈਂਦੇ ਹਾਂ, ਪਰ ਜਿਸ ਵੇਲੇ ਗੁਰੂ ਦਰਬਾਰ ਦੇ ਵਿੱਚੋਂ ਬਾਹਰ ਚਲੇ ਜਾਂਦੇ ਹਾਂ, ਸਤਿਗੁਰੂ ਜੀ ਦਾ ਉਪਦੇਸ਼, ਸਤਿਗੁਰੂ ਮਹਾਰਾਜ ਜੀ ਦੀ ਸਿੱਖਿਆ ਅਸੀਂ ਭੁਲਾ ਦਿੰਦੇ ਹਾਂ, ਵਿਸਾਰ ਦਿੰਦੇ ਹਾਂ। ਅਸੀਂ ਗੁਰਬਾਣੀ ਅਨੁਸਾਰ, ਗੁਰੂ ਸਾਹਿਬ ਜੀ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਕਮਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਯਤਨ ਨਹੀਂ ਕਰਦੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਨੂੰ ਕਮਾਉਣ ਦਾ ਲਾਭ ਦੱਸਿਆ ਹੈ ਕਿ ਭਾਈ ਇੱਕ ਵਾਰ ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਵੇਖ, ਤੇਰੇ ਤਾਈਂ ਤਰੱਕੀਆਂ ਹੀ ਤਰੱਕੀਆਂ ਪ੍ਰਾਪਤ ਹੋਣਗੀਆਂ, ਸਫਲਤਾਈ ਹੀ ਤੇਰੇ ਤਾਈਂ ਪ੍ਰਾਪਤ ਹੋਣਾ ਕਰੇਗੀ। ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ, ਗੁਰਮਤਿ ਸਤਿ ਕਰ ਸਿੰਬਲ ਸਫਲ ਭਏ, ਗੁਰਮਤਿ ਸਤਿ ਕਰ ਬਾਂਸ ਮੈਂ ਸੁਗੰਧ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੇ ਬਚਨ ਨੂੰ, ਗੁਰਬਾਣੀ ਨੂੰ, ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਸਤ ਕਰਕੇ ਮੰਨਣ ਦਾ ਲਾਭ ਦੱਸਿਆ ਹੈ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਗੁਰਮਤਿ ਸਤ ਕਰ ਸਿੰਬਲ ਸਫਲ ਭਏ। ਸਿੰਬਲ ਦੇ ਰੁੱਖ ਦੀ ਉਦਾਹਰਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਦੇ ਵਿੱਚ ਵਰਣਨ ਕੀਤੀ ਹੈ। ਇੱਕ ਪਖੰਡੀ ਮਨੁੱਖ ਦੀ ਹਾਲਤ ਦੱਸੀ ਹੈ, ਜਿਸ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਧਾਰਮਿਕ ਅਤੇ ਸਮਾਜਿਕ ਤਲ 'ਤੇ ਜਿਉਣ ਵਾਲੇ ਪੁਰਸ਼ ਦੀ ਹਾਲਤ ਦੱਸੀ ਹੈ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਸਿੰਮਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ, ਓਏ ਜੇ ਆਵਹਿ ਆਸ ਕਰ ਜਾਹੇ ਨਰਾਸੇ ਕਿਤ। ਫਲ ਫਿੱਕੇ ਫੁੱਲ ਬਕ ਬਕੇ,
ਕੰਮ ਨਾ ਆਵਹਿ ਪਤ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਸਿਮਲ ਦਾ ਰੁੱਖ ਬਹੁਤ ਲੰਮਾ ਅਤੇ ਉੱਚਾ ਹੁੰਦਾ ਹੈ, ਬੜੇ ਵਿਸਥਾਰ ਵਾਲਾ ਹੁੰਦਾ ਹੈ, ਬੜੇ ਫੈਲਾਓ ਵਾਲਾ ਹੁੰਦਾ ਹੈ। ਪਰ ਜੇ ਉਸ ਦੇ ਰੁੱਖ ਦੇ ਉੱਪਰ ਉਹ ਜੇ ਆਵਹਿ ਆਸ ਕਰ, ਉਹ ਤੋਤੇ ਪੰਛੀ ਆਸ ਕਰਕੇ ਆਉਣ ਕਿ ਸਾਨੂੰ ਉੱਥੋਂ ਕੁਝ ਮਿਲੇ, ਪਰ ਜਾਹੇ ਨਿਰਾਸੇ ਕਿਤ, ਉਹ ਕਿਤੇ ਨਿਰਾਸ਼ ਹੋ ਕੇ ਚਲੇ ਜਾਂਦੇ ਨੇ, ਉਹਨਾਂ ਦੀ ਆਸਾ ਪੂਰੀ ਨਹੀਂ ਹੁੰਦੀ। ਕਿਉਂ? ਫਲ ਫਿੱਕੇ, ਉਹਨਾਂ ਦੇ ਫਲ ਫਿੱਕੇ ਹੁੰਦੇ ਨੇ। ਫੁੱਲ ਬੱਕ ਬੱਕੇ, ਫੁੱਲ ਵੀ ਉਹਨਾਂ ਦੇ ਬੱਕ ਬੱਕੇ ਹੁੰਦੇ ਨੇ, ਬੇਸਵਾਦੇ ਹੁੰਦੇ ਨੇ। ਕੰਮ ਨਾ ਆਵਹਿ ਪਤ, ਉਹਨਾਂ ਦੇ ਪੱਤੇ ਵੀ ਕਿਸੇ ਕੰਮ ਨਹੀਂ ਆਉਂਦੇ। ਅਤੇ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਸਿਮਲ ਦੇ ਰੁੱਖ ਨਾਲੋਂ ਜਿਹੜੀ ਬੇਰੀ ਨੀਵੀਂ ਹੈ ਉਹ ਚੰਗੀ ਹੈ, ਉਹ ਲਾਭਦਾਇਕ ਹੈ, ਫਲਦਾਇਕ ਹੈ, ਕਿਉਂਕਿ ਉਸ ਨੂੰ ਮਿੱਠੇ ਬੇਰ ਲੱਗਦੇ ਹਨ, ਉਸ ਦੀ ਚੰਗੀ ਲੱਕੜ ਵਧੀਆ ਹੁੰਦੀ ਹੈ, ਕੰਮ ਆਉਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਸਿਮਲ ਰੁੱਖ ਸਰਾਏ ਦਾ। ਅਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੀਏ ਕਿ ਸਾਡਾ ਤੇ ਕਿਤੇ ਜੀਵਨ ਸਿਮਲ ਵਰਗਾ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਨੇ ਸਿਮਲ ਰੁੱਖ ਦੀ ਉਦਾਹਰਨ ਪਖੰਡੀ ਵਾਸਤੇ ਦਿੱਤੀ ਹੈ। ਮਹਾਰਾਜ ਜੀ ਫਰਮਾਉਂਦੇ ਨੇ, ਕੋਈ ਸਿੰਬਲ ਦੇ ਰੁੱਖ ਵਾਂਗ ਹਿਰਦੇ ਦੇ ਵਿੱਚ ਕਰਨੀ ਤੋਂ ਬਿਨਾਂ ਸਮਾਧੀ ਲਾ ਕੇ ਬੈਠ ਜਾਵੇ, ਲੱਕ ਸਿੱਧਾ ਕਰਕੇ ਬੈਠ ਜਾਵੇ, ਅੱਖਾਂ ਮੀਟ ਕੇ ਬੈਠ ਜਾਵੇ, ਅਤ ਦੀਰਘ ਬਹੁਤ ਜਸ ਵਾਲਾ ਹੋਵੇ, ਅਤ ਮੁੱਚ ਬਹੁਤ ਵਿਸਥਾਰ ਵਾਲਾ ਹੋਵੇ, ਬੜੇ ਚੇਲੇ ਕੋਲ ਹੋਣ, ਬਹੁਤ ਲੋਕ ਸੇਵਾ ਦੇ ਵਿੱਚ ਹਾਜ਼ਰ ਹੋਣ, ਅਤੇ ਫਿਰ ਉਹ ਜੇ ਆਵਹਿ ਆਸ ਕਰ ਜਾਹੇ ਨਿਰਾਸੇ ਕਿਤ। ਉਹਨਾਂ ਦੇ ਪਾਸ, ਪਖੰਡੀਆਂ ਦੇ ਕੋਲ, ਜੇ ਕੋਈ ਜਗਿਆਸੂ ਕੋਈ ਮਨੁੱਖ ਆਸ ਕਰਕੇ ਜਾਵੇ ਕਿ ਮੇਰਾ ਜੀਵਨ ਸਫਲ ਹੋਵੇਗਾ, ਉੱਥੋਂ ਨਿਰਾਸੇ ਚਲੇ ਜਾਂਦੇ ਨੇ। ਉਹਨਾਂ ਦੀ ਸੰਗਤ ਦੇ ਵਿੱਚੋਂ ਕੋਈ ਲਾਭ ਨਹੀਂ ਮਿਲਦਾ, ਕਿਉਂਕਿ ਫਲ ਫਿੱਕੇ। ਉਹਨਾਂ ਦੇ ਪਾਸ ਬ੍ਰਹਮ ਗਿਆਨ ਰੂਪੀ ਫਲ ਨਹੀਂ ਹੁੰਦਾ, ਫੁੱਲ ਬੱਕ ਬੱਕੇ, ਉਹਨਾਂ ਦੇ ਕਰਮ ਵੀ ਭੈੜੇ ਹੁੰਦੇ ਨੇ। ਕੰਮ ਨਾ ਆਵਹਿ ਪਤ, ਉਹਨਾਂ ਦੀ ਇੱਜ਼ਤ ਵੀ ਕਿਸੇ ਲੋਕ ਪਰਲੋਕ ਦੇ ਵਿੱਚ ਕੰਮ ਨਹੀਂ ਆਉਂਦੀ। ਮਹਾਰਾਜ ਜੀ ਬਚਨ ਕਰਦੇ ਨੇ, ਇਹੋ ਜਿਹੇ ਸਿੰਬਲ ਦੇ ਰੁੱਖ ਵਰਗਾ ਕੋਈ ਪਖੰਡੀ ਮਨੁੱਖ ਹੋਵੇ ਨਾ, ਜੇ ਉਹ ਆਪਣੇ ਜੀਵਨ ਦੇ ਵਿੱਚ ਗੁਰੂ ਦੀ ਮੱਤ ਨੂੰ ਧਾਰਨ ਕਰ ਲਵੇ, ਉਸ ਦਾ ਵੀ ਜੀਵਨ ਸਫਲ ਹੋ ਜਾਂਦਾ ਹੈ। ਗੁਰਮਤਿ ਸਤ ਕਰ ਸਿੰਬਲ ਸਫਲ ਭਏ। ਗੁਰੂ ਦੀ ਮੱਤ ਨੂੰ ਸੱਤ ਕਰਕੇ, ਮੰਨਣ ਕਰਕੇ, ਕਮਾਉਣ ਕਰਕੇ ਸਿੰਬਲ ਦੇ ਰੁੱਖ ਵਰਗੇ ਜਿਹੜੇ ਪੁਰਸ਼ ਸਨ ਨਾ, ਉਹ ਵੀ ਸਫਲ ਹੋ ਗਏ। ਉਹਨਾਂ ਨੂੰ ਵੀ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ਾਂ ਪ੍ਰਾਪਤ ਹੋ ਗਈਆਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਸ ਵੇਲੇ ਤੁਲੰਬੇ ਸ਼ਹਿਰ ਦੇ ਵਿੱਚ ਜਾਂਦੇ ਹਨ ਨਾ, ਉੱਥੇ ਸਾਧ ਸੰਗਤ ਦੀ ਇੱਕ ਸੱਜਣ ਠੱਗ ਰਹਿੰਦਾ ਹੈ। ਜਿਸ ਸੱਜਣ ਠੱਗ ਦਾ ਪਹਿਰਾਵਾ ਵੀ ਧਾਰਮਿਕ ਹੈ, ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ, ਉਸ ਨੇ ਇੱਕ ਸਰਾਂ ਬਣਾਈ ਹੋਈ ਹੈ ਲੋਕਾਂ ਦੇ ਰੁਕਣ ਵਾਸਤੇ। ਸਰਾਂ ਦੇ ਇੱਕ ਪਾਸੇ ਮੰਦਰ ਬਣਾਇਆ ਹੋਇਆ ਹੈ, ਇੱਕ ਪਾਸੇ ਮੁਸਲਮਾਨਾਂ ਵਾਸਤੇ ਮਸਜਿਦ ਬਣਾਈ ਹੋਈ ਹੈ। ਭਾਵ ਇਤਨਾ ਜ਼ਿਆਦਾ ਧਾਰਮਿਕ ਹੈ ਬਾਹਰੀ ਤੌਰ 'ਤੇ, ਪਰ ਅੰਦਰਲੀ ਕਰਨੀ ਉਸ ਦੀ ਕਿਸ ਪ੍ਰਕਾਰ ਹੈ ਕਿ ਜਿਸ ਵੇਲੇ ਉਸ ਦੀ ਸਰਾਂ ਦੇ ਵਿੱਚ ਕੋਈ ਰਹਿਣ ਵਾਸਤੇ ਜਾਂਦਾ ਹੈ ਨਾ, ਅਤੇ ਉੱਥੇ ਉਸ ਨੂੰ ਲੁੱਟ ਲਿਆ ਜਾਂਦਾ ਹੈ, ਉਸ ਨੂੰ ਮਾਰ ਮੁਕਾ ਦਿੱਤਾ ਜਾਂਦਾ ਹੈ। ਅਤੇ ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਉਸ ਦਾ ਮਿਲਾਪ ਹੋਇਆ ਨਾ, ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਇੱਕ ਬਚਨ ਆਖਿਆ ਸੀ ਉਸ ਨੂੰ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੋ ਧੋਵਾਂ ਤਿਸ,
सज्जन सेई नाल मैं चलदियां नाल चलन, जिथै लेखा मंगिया तिथै खड़े दसन। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਨੂੰ ਐਸੇ ਬਚਨਾਂ ਰੂਪੀ ਤੀਰ ਮਾਰੇ ਕਿ ਉਸ ਨੂੰ ਵੀ ਸਤਿਗੁਰੂ ਮਹਾਰਾਜ ਜੀ ਨੇ ਬ੍ਰਹਮ ਗਿਆਨ ਬਖਸ਼ਿਸ਼ ਕਰ ਦਿੱਤਾ। ਸੋ ਇਸ ਕਰਕੇ ਗੁਰਮਤਿ ਸਤ ਕਰ ਸਿੰਬਲ ਸਫਲ ਭਏ। ਗੁਰੂ ਦੀ ਮੱਤ ਨੂੰ ਸਤ ਸਤ ਕਰਕੇ ਮੰਨਣ ਵਾਲੇ ਜਿਹੜੇ ਗੁਰਮੁਖ ਹਨ, ਜੇ ਉਹਨਾਂ ਦਾ ਜੀਵਨ ਸਿੰਬਲ ਵਰਗਾ ਹੈ ਨਾ, ਉਹ ਵੀ ਸਫਲ ਹੋ ਜਾਂਦੇ ਨੇ, ਉਹ ਵੀ ਗੁਰੂ ਘਰ ਦੇ ਵਿੱਚੋਂ ਬ੍ਰਹਮ ਗਿਆਨ ਪ੍ਰਾਪਤ ਕਰ ਲੈਂਦੇ ਨੇ। ਗੁਰਮਤਿ ਸਤ ਕਰ ਬਾਂਸ ਮੈਂ ਸੁਗੰਧ ਹੈ, ਅਤੇ ਬਾਂਸ ਵਰਗਾ ਜਿਨ੍ਹਾਂ ਦਾ ਜੀਵਨ ਹੈ ਨਾ, ਉਹਨਾਂ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ, ਭਗਤੀ ਦੀ ਸੁਗੰਧੀ ਪ੍ਰਵੇਸ਼ ਕਰ ਜਾਂਦੀ ਹੈ। ਬਾਂਸ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨੇ, ਕਬੀਰ ਬਾਂਸ ਵਡਾਈ ਬੂਢਿਆ ਓ ਮਤ ਡੂਬਹ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਬਾਂਸ ਕੈਸਾ ਹੈ, ਚੰਦਨ ਦੇ ਨੇੜੇ ਵੀ ਵਸਦਾ ਹੈ, ਪਰ ਚੰਦਨ ਦੀ ਸੁਗੰਧੀ ਦਾ ਅਸਰ ਉਸ ਨੂੰ ਕਿਸੇ ਪ੍ਰਕਾਰ ਵੀ ਨਹੀਂ ਹੁੰਦਾ। ਦੁਨੀਆ ਦੇ ਅੰਦਰ ਇਹੋ ਜਿਹੇ ਵੀ ਪੱਥਰਾਂ ਵਰਗੇ ਲੋਕ ਹੁੰਦੇ ਨੇ ਜਿਹੜੇ ਗੁਰੂ ਘਰ 'ਤੇ ਆਉਂਦੇ ਨੇ, ਪਰ ਉਹਨਾਂ ਦੇ ਅੰਦਰ ਦਇਆ ਨਹੀਂ ਹੈ, ਉਹਨਾਂ ਦੇ ਅੰਦਰ ਧਰਮ ਨਹੀਂ ਹੈ, ਉਹਨਾਂ ਦੇ ਅੰਦਰ ਸੱਤ ਨਹੀਂ ਹੈ। ਤਾਂ ਮਹਾਰਾਜ ਜੀ ਬਚਨ ਕਰਦੇ ਨੇ, ਜੇ ਕਿਸੇ ਦਾ ਜੀਵਨ ਬਾਂਸ ਵਰਗਾ ਹੈ ਨਾ, ਹੰਕਾਰੀ ਜੀਵਨ ਹੈ, ਜੇ ਉਹ ਸਤਿਗੁਰੂ ਮਹਾਰਾਜ ਜੀ ਦੀ ਗੁਰਮਤਿ ਨੂੰ ਧਾਰਨ ਕਰ ਲਵੇਗਾ, ਉਸ ਦਾ ਵੀ ਜੀਵਨ ਸਫਲ ਹੋ ਜਾਵੇਗਾ। ਗੁਰਮਤਿ ਸਤ ਕਰ ਕੰਚਨ ਭਏ ਮਨੂਰ। ਗੁਰੂ ਦੀ ਮੱਤ ਨੂੰ ਸਤ ਸਤ ਮੰਨਣ ਕਰਕੇ ਜਿਹੜੇ ਮਨੂਰ ਵਰਗੇ ਜੀਵਨ ਵਾਲੇ ਸਨ ਨਾ, ਉਹ ਵੀ ਸੁੱਧ ਸੋਨੇ ਵਰਗੇ ਹੋ ਗਏ। ਮਨੂਰ ਲੋਹੇ ਦੇ ਗਲੇ ਸੜੇ ਲੋਹੇ ਨੂੰ ਕਿਹਾ ਜਾਂਦਾ ਹੈ, ਲੋਹੇ ਦੀ ਮੈਲ ਨੂੰ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਜਿਨ੍ਹਾਂ ਦਾ ਜੀਵਨ ਮਨੂਰ ਵਰਗਾ ਸੀ, ਪਾਪੀ ਸੀ ਜਿਨ੍ਹਾਂ ਦਾ ਜੀਵਨ, ਜੇ ਉਹਨਾਂ ਨੇ ਗੁਰਮਤਿ ਧਾਰਨ ਕਰ ਲਈ ਤੇ ਉਹ ਵੀ ਸਾਧ ਸੰਗਤ ਦੀ ਸੋਨੇ ਵਰਗੇ ਸੁੱਧ ਹੋ ਗਏ। ਕਿਉਂਕਿ ਸਤਿਗੁਰੂ ਜੀ ਦੇ ਬਚਨ ਨੇ, ਪਤਿਤ ਉਦਾਹਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬੰਗਾਲ ਦੀ ਧਰਤੀ 'ਤੇ ਜਾਂਦੇ ਹਨ ਨਾ, ਅਤੇ ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਤਾਈਂ ਇੱਕ ਭੂਮੀਆਂ ਚੋਰ ਮਿਲਦਾ ਹੈ। ਭੂਮੀਆਂ ਚੋਰ, ਜਿਸ ਦਾ ਜੀਵਨ ਦਾ ਆਧਾਰ ਹੈ ਚੋਰੀ ਕਰਨੀ, ਚੋਰੀ ਕਰਕੇ ਆਪਣੇ ਜੀਵਨ ਦਾ ਰੁਜ਼ਗਾਰ ਚਲਾਉਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਭੂਮੀਏ ਚੋਰ ਦੇ ਤਾਈਂ ਕਿ ਤੂੰ ਚੋਰੀ ਨਾ ਕਰਿਆ ਕਰ, ਕਿਸੇ ਦੇ ਦਸਾਂ ਨੋਹਾਂ ਦੀ ਕੀਤੀ ਹੋਈ ਕਮਾਈ ਨੂੰ ਚੁਰਾ ਕਰਕੇ ਵਰਤਿਆ ਨਾ ਕਰ, ਪਾਪ ਲੱਗਦਾ ਹੈ। ਭੂਮੀਆਂ ਚੋਰ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ, ਸਤਿਗੁਰੂ ਜੀਓ, ਚੋਰੀ ਮੇਰੇ ਜੀਵਨ ਦਾ ਆਧਾਰ ਹੈ, ਚੋਰੀ ਤੋਂ ਬਿਨਾਂ ਮੇਰਾ ਕਿਸੇ ਪ੍ਰਕਾਰ ਗੁਜ਼ਾਰਾ ਨਹੀਂ ਚੱਲ ਸਕਦਾ। ਹੋਰ ਜੋ ਵੀ ਤੁਸੀਂ ਬਚਨ ਕਹੋਗੇ ਉਹ ਬਚਨ ਮੈਂ ਮੰਨਣ ਨੂੰ ਤਿਆਰ ਹਾਂ, ਪਰ ਚੋਰੀ ਨਹੀਂ ਛੱਡ ਸਕਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ, ਠੀਕ ਹੈ ਭਾਈ, ਜੇ ਚੋਰੀ ਨਹੀਂ ਛੱਡ ਸਕਦਾ ਤਾਂ ਸਾਡੇ 3 ਬਚਨ ਮੰਨਣਾ ਕਰ, ਤੇਰਾ ਜੀਵਨ ਸਫਲ ਹੋ ਜਾਵੇਗਾ। ਕਹਿਣ ਲੱਗਾ, 7 ਬਚਨ ਮਹਾਰਾਜ ਜੀ, ਜਿਵੇਂ ਆਪ ਕਹੋ ਮੈਂ ਉਸੇ ਤਰ੍ਹਾਂ ਕਰਾਂਗਾ। ਮਹਾਰਾਜ ਜੀ ਨੇ ਬਚਨ ਕੀਤਾ ਕਿ ਪਹਿਲਾਂ ਸੱਚ ਬੋਲਣਾ ਹੈ, ਕਦੇ ਵੀ ਝੂਠ ਨਹੀਂ ਬੋਲਣਾ। ਦੂਸਰਾ ਬਚਨ ਗਰੀਬ ਮਾਰ ਨਹੀਂ ਕਰਨੀ। ਤੀਸਰਾ ਬਚਨ ਕਿਸੇ ਦਾ ਨਿਮਕ ਖਾ ਕੇ ਹਰਾਮ ਨਹੀਂ ਕਰਨਾ। ਇਹ 3 ਬਚਨ ਆਪਣੇ ਜੀਵਨ ਦੇ ਵਿੱਚ ਕਮਾਲ ਹੈ, ਤੇਰਾ ਵੀ ਜੀਵਨ ਸਫਲ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਦੇ 3 ਬਚਨ ਉਸਨੇ ਆਪਣੇ ਜੀਵਨ ਵਿੱਚ ਕਮਾਉਣੇ ਸ਼ੁਰੂ ਕਰ ਦਿੱਤੇ। ਇੱਕ ਦਿਨ ਇਹ ਭੂਮੀਆਂ ਚੋਰ ਆਪਣੇ ਸੁਭਾਅ ਅਨੁਸਾਰ ਚੋਰੀ ਕਰਨ ਵਾਸਤੇ ਤਿਆਰ ਹੋਇਆ। ਗੁਰਮਤਿ ਨੂੰ ਮੰਨਣ ਦਾ ਕੀ ਲਾਭ ਹੈ, ਜੀਵਨ ਵਿੱਚ ਧਾਰਨ ਕਰਨ ਦਾ ਕੀ ਲਾਭ ਹੈ। ਭੂਮੀਆਂ ਚੋਰ ਅੱਜ ਚੋਰੀ ਕਰਨ ਵਾਸਤੇ ਤਿਆਰ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਚਨ ਇਸ ਨੂੰ ਯਾਦ ਆ ਗਿਆ ਕਿ ਗਰੀਬ ਮਾਰ ਨਹੀਂ ਕਰਨੀ। ਇਸ ਕਰਕੇ
ਇਸ ਨੇ ਸੋਚਿਆ ਕਿ ਕਿਸੇ ਗਰੀਬ ਦੇ ਘਰ ਚੋਰੀ ਨਹੀਂ ਕਰਨੀ। ਅੱਜ ਕਿਸੇ ਬਾਦਸ਼ਾਹ ਦੇ ਘਰ ਦੇ ਵਿੱਚ ਜਾ ਕੇ, ਮਹਿਲਾਂ ਦੇ ਵਿੱਚ ਜਾ ਕੇ ਚੋਰੀ ਕਰਾਂਗਾ। ਉਸ ਵੇਲੇ ਬਾਦਸ਼ਾਹ ਦੇ ਘਰ ਚੋਰੀ ਕਰਨ ਵਾਸਤੇ ਭੂਮੀਏ ਚੋਰ ਨੇ ਰਾਜਿਆਂ ਮਹਾਰਾਜਿਆਂ ਵਰਗਾ ਲਿਬਾਸ ਧਾਰਨ ਕੀਤਾ ਹੈ ਤੇ ਰਾਜੇ ਦੇ ਮਹਿਲਾਂ ਦੇ ਵਿੱਚ ਪਹੁੰਚ ਗਿਆ ਹੈ। ਜਿਸ ਵੇਲੇ ਸਿਪਾਹੀਆਂ ਨੇ, ਰਾਤ ਦਾ ਸਮਾਂ ਸੀ, ਇਸ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ? ਤੇ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਆਇਆ ਯਾਦ। ਕਹਿਣ ਲੱਗਾ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤੇ ਸਨ ਕਿ ਝੂਠ ਨਹੀਂ ਬੋਲਣਾ। ਕਹਿਣ ਲੱਗਾ ਮੈਂ ਭੂਮੀਆਂ ਚੋਰ ਹਾਂ, ਚੋਰੀ ਕਰਨ ਵਾਸਤੇ ਆਇਆ ਹਾਂ। ਰਾਜੇ ਦੇ ਪਹਿਰੇਦਾਰ ਸਿਪਾਹੀ ਕਹਿਣ ਲੱਗੇ ਕਿ ਲਿਬਾਸ ਇਸ ਦਾ ਰਾਜੇ ਮਹਾਰਾਜਿਆਂ ਵਰਗਾ ਹੈ ਤੇ ਕਹਿ ਆਪਣੇ ਆਪ ਨੂੰ ਚੋਰ ਰਿਹਾ ਹੈ, ਕੋਈ ਰਾਜੇ ਦਾ ਮਿੱਤਰ ਹੋਵੇਗਾ। ਇਉਂ ਉਹਨਾਂ ਨੇ ਵਿਚਾਰ ਕਰਕੇ ਭੂਮੀਏ ਚੋਰ ਨੂੰ ਅੰਦਰ ਘੱਲ ਦਿੱਤਾ। ਭੂਮੀਏ ਚੋਰ ਨੇ ਅੰਦਰ ਜਾ ਕੇ ਸਾਰਾ ਕੁਝ ਜੋ ਅੰਦਰੋਂ ਉਸ ਨੂੰ ਪ੍ਰਾਪਤ ਹੋਇਆ, ਧਨ ਦੌਲਤ, ਹੀਰੇ ਆਦਿਕ, ਸੋਨਾ ਆਦਿਕ, ਸਭ ਕੁਝ ਦੀਆਂ ਇਸ ਨੇ ਪੰਡਾਂ ਬੰਨ੍ਹ ਲਈਆਂ। ਸਾਰਾ ਕੁਝ ਇਸ ਨੇ ਤਿਆਰ ਕਰ ਲਿਆ ਤੇ ਚੱਲਣ ਵੇਲੇ ਇਸ ਨੂੰ ਭੁੱਖ ਲੱਗੀ ਤੇ ਰਾਜੇ ਦੇ ਮਹਿਲਾਂ ਦੇ ਵਿੱਚੋਂ ਕੁਝ ਲੈ ਕੇ ਇਸ ਨੇ ਛਕ ਲੈਣਾ ਕੀਤਾ। ਫਿਰ ਇਸ ਨੂੰ ਬਚਨ ਯਾਦ ਆਇਆ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਕਿਸੇ ਦਾ ਖਾ ਕੇ ਹਰਾਮ ਨਹੀਂ ਕਰਨਾ। ਤੇ ਉਸ ਵੇਲੇ ਸਾਧ ਸੰਗਤ ਜੀ ਭੂਮੀਏ ਚੋਰ ਨੇ ਉਹ ਸਾਰਾ ਬੱਝਿਆ ਬੁਝਾਇਆ ਹੋਇਆ ਜਿਹੜਾ ਰਾਜੇ ਦੇ ਮਹਿਲਾਂ ਦਾ ਸਾਜੋ ਸਮਾਨ ਸੀ ਨਾ, ਧਨ ਦੌਲਤ ਸੀ, ਉਸ ਦੇ ਘਰ ਦੇ ਵਿੱਚ ਹੀ ਰਹਿਣ ਦਿੱਤੀ ਤੇ ਆਪ ਮਹਿਲਾਂ ਤੋਂ ਵਾਪਸ ਆਇਆ। ਸਵੇਰ ਚੜ੍ਹੀ, ਰਾਜੇ ਦੇ ਮਹਿਲਾਂ ਦੇ ਵਿੱਚ ਸਨਾਟਾ ਛਾ ਗਿਆ ਕਿ ਕੋਈ ਚੋਰ ਆਇਆ ਸੀ, ਚੋਰੀ ਕਰਨ ਵਾਸਤੇ ਤਿਆਰੀ ਕੀਤੀ, ਪਰ ਸਾਰਾ ਕੁਝ ਇੱਥੇ ਛੱਡ ਗਿਆ ਹੈ। ਰਾਜੇ ਨੇ ਉਸ ਵੇਲੇ ਇਲਾਕੇ ਦੇ ਸਾਰੇ ਚੋਰ ਸੱਦ ਲਏ, ਸਾਰਿਆਂ ਨੂੰ ਇਸ ਨੇ ਦੰਡ ਦੇਣਾ ਸ਼ੁਰੂ ਕਰ ਦਿੱਤਾ। ਤੇ ਉਸ ਵੇਲੇ ਭੂਮੀਏ ਚੋਰ ਨੂੰ ਪਤਾ ਲੱਗਾ ਕਿ ਮੇਰੀ ਗਲਤੀ ਕਰਕੇ ਅੱਜ ਗਰੀਬਾਂ ਦੇ ਨਾਲ ਧੱਕਾ ਹੋ ਰਿਹਾ, ਗਰੀਬ ਮਾਰ ਰਹੀ। ਮੇਰੇ ਪਾਤਸ਼ਾਹ ਦਾ ਬਚਨ ਹੈ ਕਿ ਗਰੀਬ ਮਾਰ ਨਹੀਂ ਹੋਣ ਦੇਣੀ, ਗਰੀਬ ਮਾਰ ਨਹੀਂ ਕਰਨੀ। ਭੂਮੀਆਂ ਚੋਰ ਜਾ ਕੇ ਬਾਦਸ਼ਾਹ ਨੂੰ ਕਹਿਣ ਲੱਗਾ, ਹੇ ਬਾਦਸ਼ਾਹ, ਇਹਨਾਂ ਗਰੀਬਾਂ ਨੂੰ ਕਿਸੇ ਪ੍ਰਕਾਰ ਵੀ ਦੁੱਖ ਨਾ ਦੇਣਾ ਕਰੋ। ਚੋਰ ਤੇ ਮੈਂ ਹਾਂ ਤੁਹਾਡਾ, ਮੇਰੇ ਤਾਈਂ ਸਜ਼ਾ ਦੇਣਾ ਕਰੋ। ਬਾਦਸ਼ਾਹ ਕਹਿਣ ਲੱਗਾ ਜੇ ਤੂੰ ਚੋਰ ਸਾਂ ਫਿਰ ਸਾਰਾ ਸਾਜੋ ਸਮਾਨ ਤਿਆਰ ਕਰਕੇ ਇੱਥੇ ਛੱਡ ਕੇ ਕਿਉਂ ਗਿਆ? ਤੇ ਉਸ ਵੇਲੇ ਫਿਰ ਭੂਮੀਏ ਚੋਰ ਨੇ ਸਾਰੀ ਗੱਲ ਦੱਸੀ ਕਿ ਮੇਰੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਕਿ ਕਿਸੇ ਪ੍ਰਕਾਰ ਵੀ ਜੀਵਨ ਵਿੱਚ ਝੂਠ ਨਹੀਂ ਬੋਲਣਾ, ਫਿਰ ਗਰੀਬ ਮਾਰ ਨਹੀਂ ਕਰਨੀ, ਫਿਰ ਕਿਸੇ ਦਾ ਖਾ ਕਰਕੇ ਹਰਾਮ ਨਹੀਂ ਕਰਨਾ। ਇਸ ਕਰਕੇ ਹੇ ਬਾਦਸ਼ਾਹ, ਮੈਂ ਤੇਰੇ ਘਰ ਵਿੱਚ ਚੋਰੀ ਕਰਨ ਵਾਸਤੇ ਆਇਆ ਸਾਂ, ਪਰ ਤੇਰੇ ਘਰ ਦਾ ਪਦਾਰਥ ਖਾ ਲਿਆ, ਇਸ ਕਰਕੇ ਮੈਂ ਤੇਰਾ ਖਾਧਾ ਹਰਾਮ ਨਹੀਂ ਕਰ ਸਕਦਾ। ਇੱਥੇ ਤੇਰਾ ਬੱਝਿਆ ਹੋਇਆ ਸਾਰਾ ਸਮਾਨ ਮੈਂ ਛੱਡ ਗਿਆ ਹਾਂ। ਭੂਮੀਏ ਚੋਰ ਦੇ ਐਸੇ ਬਚਨ ਸੁਣ ਕੇ ਉਹ ਬਾਦਸ਼ਾਹ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬਚਨਾਂ 'ਤੇ ਪ੍ਰਭਾਵਿਤ ਹੋ ਗਿਆ ਕਿ ਐਸੇ ਮਹਾਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ 3 ਬਚਨਾਂ ਦੇ ਨਾਲ ਹੀ ਇਸ ਨੂੰ ਤਾਰ ਦਿੱਤਾ ਹੈ। ਇਹ ਸਿੱਖ ਵੀ ਕਿੱਡੀ ਮਹਾਨਤਾ ਵਾਲਾ ਹੈ ਜੋ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨਾਂ 'ਤੇ ਪਹਿਰਾ ਦੇ ਰਿਹਾ ਹੈ। ਬਾਦਸ਼ਾਹ ਨੇ ਉਸ ਵੇਲੇ ਭੂਮੀਏ ਚੋਰ ਦੇ ਤਾਈਂ ਆਪਣਾ ਵਜ਼ੀਰ ਬਣਾ ਲਿਆ। ਭੂਮੀਏ ਚੋਰ ਨੇ ਚੋਰੀ ਛੱਡ ਦਿੱਤੀ ਤੇ ਉਸ ਨੇ ਭੂਮੀਏ ਚੋਰ ਨੇ ਰਾਜੇ ਨੂੰ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਜੋੜਿਆ। ਰਾਜੇ ਦੇ ਮਨ ਵਿੱਚ ਵੀ ਇਹ ਫੁਰਨਾ ਹੋਇਆ ਕਿ ਮੈਂ ਸਤਿਗੁਰੂ ਜੀ ਦੇ ਦਰਸ਼ਨ ਕਰਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਾਦਸ਼ਾਹ ਨੂੰ ਵੀ ਦਰਸ਼ਨ ਦਿੱਤੇ ਤੇ ਭੂਮੀਏ ਚੋਰ ਨੂੰ ਵੀ ਦਰਸ਼ਨ ਦੇ ਕੇ ਦੋਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਗੁਰਮਤਿ ਸਤਿ ਕਰ ਕੰਚਨ ਭਏ ਮਨੂਰ। ਜੇ ਗੁਰਮਤਿ ਨੂੰ ਕੋਈ ਸਤ ਕਰਕੇ ਮੰਨ ਲੈਂਦਾ ਹੈ ਨਾ, ਸ਼ੰਕੇ ਤੋਂ ਰਹਿਤ ਹੋ ਕਰਕੇ, ਕਿੰਤੂ ਪਰੰਤੂ ਤੋਂ ਰਹਿਤ ਹੋ ਕੇ, ਜੇ ਉਹਨਾਂ ਦਾ ਮਨ
सड़े हुए लोहे वर्गा है ना पापी मन है, वो भी पवित्र हो जाता है। अज साध संगत जी गुरबाणी नूं, गुरु साहिब जी के उपदेशों नूं, सिद्धांतां नूं कमाया घट जाता है तो निंदिया वध जाता है। गुरबाणी उपर, गुरु परंपरा के उपर, गुरु सिद्धांतां के उपर किंतु परंतु असी ज़्यादा कर रहे हाँ तो गुरबाणी का उपदेश घट कमा रहे हाँ। पर सतगुरु साहिब जी बचन करते ने, गाविया सुनिया तिनका हर थाए पावै, जिन सतगुर की आग्या सत सत कर मानी। गुरमत सत कर कंचन भय मनूर, गुरमत सत कर परखत अंध है। गुरु की मत नूं कमाउण वाले, जीवन दे विच धारण करन वाले अग्यानी पुरुष भी ज्ञानी बन जाते ने, सच झूठ की पहचान करन वाले हो जाते हैं। तो सतगुरु सच्चे पातशाह जी फिर बचन करते ने, गुरमत सत कर काल कूटे अमृत होए, काल में अकाल भय अस्थिर कंध है। गुरमत कैसी है? गुरमत नूं कमाउण दा की लाभ है? काल कूट अमृत होए, जो कालकूट जहर है ना वो भी अमृत बन जाता है। जहर वर्गे जिहड़े विषय विकार हैं ना, ये भी अमृत वर्गे हो जाते हैं। जो वाहिगुरु परमेश्वर ने साडे अंदर 5 विकार बनाए हैं ना, ये वाहिगुरु परमेश्वर ने दुनिया की प्रवृत्ति वास्ते बनाए हुए ने, दुनिया नूं चलाउण वास्ते बनाए ने। पर जिस दिन ये 5 विकार हद तो बाहर चले जाते हैं, उस दिन ये दुखदायक हो जाते हैं। क्योंकि जे मनुख अंदर कामना होवे तो मनुख कदे भी धियां पुत्र नहीं पैदा कर सकता। जे मोह ना होवे तो माता अपने बच्चे दे नाल प्यार नहीं कर सकती। पर जिस दिन ये विकार अपनी सीमा पार कर जाते हैं ना, उस दिन ये खतरनाक दुखदायक हो जाते हैं। तो महाराज जी बचन करते हैं, भाई गुरदास साहब जी बचन करते हैं, गुरमत सत कर काल कूटे अमृत होए। गुरु की मत नूं सत सत करके मनन करके जो जहर दी न्यायी दुखदायक 5 विकार हैं ना, ये भी अमृत वर्गे सुखदायक हो जाते हैं। जां प्रतख भी गुरु की मत दे विच कमाउण विच इतना वड्डा लाभ है कि कोई जहर पिया दवे, वो जहर भी अमृत बन जाता है। संत बाबा करम सिंह जी होती मरदान वाले, तिन्हां महापुरुषां तो बाद उन्हां दी गद्दी दे उपर संत बाबा आया सिंह जी होती मरदान वाले हुए ने। किसे प्रेमी ने ईरखा वश हो करके, द्वैश वश हो के महापुरुषां नूं मारन वास्ते एक दिन उन्हां दे दुध दे विच जहर घोल करके उन्हां नूं छकाउणा चाहिया है। ते संत बाबा आया सिंह जी, जैसा अमृत तैसी बिख खाटी, जिन्हां दे अंदर जिन्हां दी रसना ते नाम वसिया हुंदा, गुरमत वसी हुंदी है, उन्हां नूं जहर भी कुछ नहीं कर सकता। पहले दिन भी महापुरुषां ने जहर वाला दुध पी लिया, उन्हां नूं कुछ भी नहीं होया। दूसरे दिन फिर महापुरुषां नूं दुध पियाया गया है जहर वाला, पर जहर ने कोई असर ना किया। पर तीसरे दिन वो ईरखा करने वाला पुरुष फिर महापुरुषां दे कोल दुध दे विच जहर मिला के लैके आया, तो महापुरुषां ने बचन कीते, भाई तू टलदा नहीं है, जे सानू मारन दी तेरे अंदर इतनी ज़्यादा प्रबल इच्छा है, लै फिर हुण तेरा दुध असीं जहर रूप करके पींदे हाँ। पहलां ते असीं अमृत समझ के पींदे रहे सां, सानू कोई असर नहीं होया। उस वेले महापुरुषां ने तीसरी बार दुध पीता तो अपने शरीर नूं शांत कर दिता। सो गुरमत सत कर कालकूट अमृत होए। गुरु की मत नूं धारण करके जहर भी अमृत बन जाता है। गुरमत सत कर परखत अंध है। तो अखीर ते भाई गुरदास साहब जी बचन करते हैं, गुरमत सत कर जीवन मुक्त भये, माया में उदास बास बंध निर्बंध है।
ਗੁਰੂ ਦੀ ਮੱਤ ਧਾਰਨ ਕਰਕੇ ਜੀਵਨ ਮੁਕਤ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੀ ਮੱਤ ਧਾਰਨ ਕਰਕੇ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਬੰਧਨਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਹੈ ਸਾਧ ਸੰਗਤ ਜੀ ਗੁਰਮਤਿ ਨੂੰ ਜੀਵਨ ਦੇ ਵਿੱਚ ਧਾਰਨ ਕਰਨ ਦਾ ਲਾਭ। ਅੱਜ ਅਸੀਂ ਗੁਰਬਾਣੀ ਸੁਣਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਕੀਰਤਨ ਵੀ ਬੈਠ ਕੇ ਸੁਣਦੇ ਹਾਂ, ਕਥਾ ਵੀ ਬੈਠ ਕੇ ਸੁਣਦੇ ਹਾਂ, ਕਰਦੇ ਹਾਂ, ਪਰ ਜੇ ਕਿਤੇ ਅਸੀਂ ਮਾਰ ਖਾਂਦੇ ਹਾਂ ਤਾਂ ਫਿਰ ਸਾਡੇ ਪਾਸੋਂ ਕਮਾਈ ਨਹੀਂ ਹੁੰਦੀ, ਉਸ ਅਨੁਸਾਰ ਜੀਵਨ ਨਹੀਂ ਢਾਲਿਆ ਜਾਂਦਾ। ਜੇ ਅਸੀਂ ਗੁਰਬਾਣੀ ਅਨੁਸਾਰ, ਗੁਰੂ ਸਾਹਿਬ ਦੇ ਉਪਦੇਸ਼ ਅਨੁਸਾਰ ਆਪਣੇ ਜੀਵਨ ਨੂੰ ਕਮਾ ਲਈਏ ਤਾਂ ਸਤ ਸੰਗਤ ਸਾਧ ਪਾਈ ਵਡਭਾਗੀ, ਮਨ ਚਲਤੋ ਭਇਓ ਅਰੂੜਾ, ਐਸੀ ਜੋ ਅਵਸਥਾ ਹੈ ਉਹ ਸਾਡੇ ਤਾਈਂ ਪ੍ਰਾਪਤ ਹੋ ਜਾਵੇਗੀ। ਅੱਜ ਵਾਲੇ ਸ਼ਬਦ ਦੇ ਵਿੱਚ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਬਾਣੀ ਨੂੰ ਜੀਵਨ ਦੇ ਵਿੱਚ, ਨਾਮ ਨੂੰ ਜੀਵਨ ਦੇ ਵਿੱਚ ਧਾਰਨ ਕਰਨ ਦਾ ਲਾਭ ਦੱਸ ਰਹੇ ਹਨ। ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਸਤਿਗੁਰੂ ਸਾਹਿਬ ਜੀ ਫਰਮਾ ਰਹੇ ਹਨ, ਤੇ ਹਟੜੇ ਤੋਂ ਭਾਵ ਹੈ ਤਿੰਨ, ਬਾਜ਼ਾਰ ਤੋਂ ਭਾਵ ਬਾਜ਼ਾਰ। ਤਿੰਨ ਭਵਨਾ ਰੂਪੀ ਬਾਜ਼ਾਰ ਨੇ, ਸਵਰਗ ਲੋਕ, ਮਾਤ ਲੋਕ, ਪਤਾਲ ਲੋਕ। ਇਹ ਤਿੰਨ ਭਵਨਾ ਰੂਪੀ ਬਾਜ਼ਾਰ ਹਨ। ਇਹਨਾਂ ਬਾਜ਼ਾਰਾਂ ਦੇ ਵਿੱਚ ਜੋ ਵਣਜਾਰੇ ਜੀਵ ਹਨ ਨਾ, ਉਹ ਚੰਗੇ ਮਾੜੇ ਕਰਮਾਂ ਦਾ ਵਪਾਰ ਕਰ ਰਹੇ ਹਨ। ਮਨੁੱਖ ਜਿਸ ਤਰ੍ਹਾਂ ਦਾ ਵੀ ਕਰਮ ਕਰਦਾ ਹੈ ਨਾ, ਉਸੇ ਤਰ੍ਹਾਂ ਦਾ ਹੀ ਉਸ ਦੇ ਤਾਈਂ ਲਾਭ ਪ੍ਰਾਪਤ ਹੁੰਦਾ ਹੈ, ਸੁੱਖ ਦੁੱਖ ਮਿਲਦਾ ਹੈ। ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋਆ ਆਏ। ਸਰੀਰ ਰੂਪੀ ਜ਼ਮੀਨ ਦੇ ਵਿੱਚ ਜਿਹੋ ਜਿਹਾ ਬੀਜ ਬੀਜਾਂਗੇ ਉਹੋ ਜਿਹਾ ਹੀ ਸਾਨੂੰ ਵੱਢਣਾ ਪਵੇਗਾ। ਜੇ ਸਾਧ ਸੰਗਤ ਜੀ ਸਾਡੀ ਅੱਜ ਹਾਲਤ ਕਿਸ ਤਰ੍ਹਾਂ ਦੀ ਹੈ, ਜੇ ਸਾਨੂੰ ਬਹੁਤਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਨਾ, ਤੇ ਅਸੀਂ ਸਤਿਗੁਰੂ ਜੀ ਦਾ ਸ਼ੁਕਰਾਨਾ ਭੁੱਲ ਕੇ ਕਹਿੰਦੇ ਹਾਂ ਕਿ ਸਾਡੀ ਮਿਹਨਤ ਦੇ ਸਦਕਾ, ਸਾਡੀ ਮਸੱਕਤ ਦੇ ਸਦਕਾ ਸਾਨੂੰ ਸੁੱਖ ਪ੍ਰਾਪਤ ਹੋਇਆ ਹੈ। ਤੇ ਜੇ ਸਾਨੂੰ ਦੁੱਖ ਪ੍ਰਾਪਤ ਹੋ ਜਾਵੇ ਤੇ ਅਸੀਂ ਕਹਿ ਦਿੰਦੇ ਹਾਂ ਸਾਨੂੰ ਫਲਾਣੇ ਨੇ ਦੁੱਖ ਦਿੱਤਾ ਹੈ, ਫਲਾਣੇ ਕਰਕੇ ਸਾਡੇ ਕੰਮ ਦੇ ਵਿੱਚ ਵਿਗਾੜ ਆਇਆ ਹੈ। ਪਰ ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ, ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਿਉਂਕਿ ਜਿਹਾ ਬੀਜੈ ਸੋ ਲੁਣੈ। ਵਾਹਿਗੁਰੂ ਪਰਮੇਸ਼ਰ ਨੇ ਇਹ ਮਨੁੱਖਾ ਦੇਹੀ ਦਿੱਤੀ ਹੈ, ਗਿਆਨ ਦਿੱਤਾ ਹੈ। ਆਪਣੇ ਗਿਆਨ ਅਨੁਸਾਰ ਮਨੁੱਖ ਜਿਹੋ ਜਿਹਾ ਕਰਮ ਕਰੇਗਾ ਨਾ, ਉਹੋ ਜਿਹਾ ਹੀ ਲਾਭ ਇਸ ਨੂੰ ਪ੍ਰਾਪਤ ਹੋਵੇਗਾ। ਕਿਉਂਕਿ ਵਿਦਵਾਨਾਂ ਦੇ ਬਚਨ ਹਨ ਕਿ ਮਨੁੱਖਾ ਦੇਹੀ ਦੇ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਮਨੁੱਖਾ ਦੇਹੀ ਨੂੰ ਇਹ ਸੋਝੀ ਹੈ, ਇਹ ਚੰਗਾ ਮਾੜਾ ਕਰਮ ਵਿਚਾਰ ਕੇ ਕਰ ਸਕਦੀ ਹੈ। ਪਰ ਹੋਰ ਕਿਸੇ ਜੂਨ ਦੇ ਵਿੱਚ ਅਧਿਕਾਰ ਨਹੀਂ ਹੈ, ਗਿਆਨ ਨਹੀਂ ਹੈ। ਗਿਆਨ ਤੋਂ ਬਿਨਾਂ ਮਨੁੱਖ ਵੀ ਪਸ਼ੂ ਵਰਗਾ ਹੈ। ਨਿੰਦਰਾ ਭੋਜਨ ਭੋਗ ਭੈ, ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ਼ ਜਾਨ। ਕਵੀ ਭਾਈ ਹਰਦਿਆਲ ਜੀ ਕਹਿੰਦੇ ਨੇ, ਨਿੰਦਰਾ ਨੀਂਦ ਲੈਣੀ, ਭੋਜਨ ਖਾਣਾ, ਭੋਗ ਕਰਨਾ, ਭੈ ਡਰ ਧਾਰਨ ਕਰਨਾ, ਇਹ ਪਸ਼ੂ ਤੇ ਮਨੁੱਖ ਦੇ ਇੱਕ ਸਮਾਨ ਹੈ। ਮਨੁੱਖ ਵੀ ਸੌਂਦਾ, ਪਸ਼ੂ ਵੀ ਸੌਂਦਾ ਹੈ। ਮਨੁੱਖ ਵੀ ਭੋਜਨ ਖਾਂਦਾ, ਪਸ਼ੂ ਵੀ ਖਾਂਦਾ ਹੈ। ਮਨੁੱਖ ਨੂੰ ਵੀ ਭੈ ਹੈ, ਪਸ਼ੂ ਨੂੰ ਵੀ ਭੈ ਹੈ। ਮਨੁੱਖ ਵੀ ਭੋਗ ਕਰਦਾ, ਪਸ਼ੂ ਵੀ ਭੋਗ ਕਰਦਾ ਹੈ। ਪਰ ਨਰਨ ਗਿਆਨ ਨਿਜ ਅਧਿਕਤਾ, ਮਨੁੱਖ ਦੀ ਅਧਿਕਤਾ ਕਿੱਥੋਂ ਹੁੰਦੀ ਹੈ, ਵੱਡਾਪਣ ਕਿੱਥੋਂ ਹੈ ਕਿ ਮਨੁੱਖ ਦੇ ਹਿਰਦੇ ਦੇ ਵਿੱਚ ਗਿਆਨ ਹੈ। ਮਨੁੱਖ ਨੂੰ ਬੁੱਧੀ ਦਿੱਤੀ ਹੈ ਵਾਹਿਗੁਰੂ ਪਰਮੇਸ਼ਰ ਨੇ। ਮਨੁੱਖ ਚੰਗੇ ਮਾੜੇ ਕਰਮ ਨੂੰ ਸੋਚ ਕੇ, ਸਮਝ ਕੇ, ਵਿਚਾਰ ਕੇ ਕਰ ਸਕਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ, ਤਿਹੱਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਜੋ
ਤਿੰਨ ਭਵਨਾ ਰੂਪੀ ਬਾਜ਼ਾਰ ਹਨ ਨਾ, ਇਹਨਾਂ ਦੇ ਵਿੱਚ ਵਣਜਾਰੇ ਜੀਵ ਚੰਗੇ ਮਾੜੇ ਕਰਮਾਂ ਦਾ ਵਪਾਰ ਕਰ ਰਹੇ ਹਨ। ਅਤੇ ਜਿਹੋ ਜਿਹੇ ਕਰਮ ਕਰਦੇ ਨੇ ਉਹੋ ਜਿਹਾ ਹੀ ਦੁੱਖ ਸੁੱਖ ਇਹਨਾਂ ਦੇ ਤਾਈਂ ਪ੍ਰਾਪਤ ਹੋ ਰਿਹਾ ਹੈ। ਜਾਂ ਇਸੇ ਪ੍ਰਕਾਰ ਤੇ ਹਟੜੇ ਬਾਜ਼ਾਰ ਦੁਨੀਆ ਅੰਦਰ ਤਿੰਨ ਗੁਣ ਮੰਨੇ ਹਨ ਵਿਦਵਾਨਾਂ ਨੇ। ਧਾਰਮਿਕ ਗ੍ਰੰਥਾਂ ਦੇ ਅੰਦਰ ਗੁਰਬਾਣੀ ਦੇ ਵਿੱਚ ਵੀ ਤਿੰਨ ਗੁਣਾਂ ਦਾ ਵਰਣਨ ਕੀਤਾ ਹੈ, ਰਜੋ ਤਮੋ ਅਤੇ ਸਤੋ ਗੁਣ। ਇਹਨਾਂ ਤਿੰਨ ਗੁਣਾਂ ਕਰਕੇ ਸ੍ਰਿਸ਼ਟੀ ਚੱਲਦੀ ਹੈ। ਅਤੇ ਸਤਿਗੁਰੂ ਸਾਹਿਬ ਜੀ ਬਚਨ ਕਰਦੇ ਨੇ, ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ। ਵਣਜਾਰੇ ਜੀਵ ਤਿੰਨਾਂ ਗੁਣਾਂ ਰੂਪੀ ਬਾਜ਼ਾਰ ਦੇ ਵਿੱਚ ਸੌਦਾ ਕਰ ਰਹੇ ਨੇ। ਭਾਵ ਕੋਈ ਸਤੋ ਗੁਣੀ ਹੈ, ਕੋਈ ਨਿਮਰਤਾ ਵਾਲਾ ਹੈ, ਵਡਿਆਈ ਦੀ ਇੱਛਾ ਵਾਲਾ ਹੈ, ਕੋਈ ਰਜੋ ਗੁਣੀ ਹੈ, ਪਦਾਰਥਾਂ ਦੀ ਮਾਇਆ ਦੀ ਇੱਛਾ ਵਾਲਾ ਹੈ, ਉਦਮ ਨੂੰ ਧਾਰਨ ਕਰ ਲਿਆ ਹੈ, ਅਤੇ ਕੋਈ ਤਮੋ ਬਿਰਤੀ ਵਾਲਾ ਹੈ, ਕੋਈ ਕ੍ਰੋਧ ਕਰ ਰਿਹਾ ਹੈ। ਇਸ ਪ੍ਰਕਾਰ ਤਿੰਨਾਂ ਗੁਣਾਂ ਰੂਪੀ ਭਵਨਾਂ ਦੇ ਵਿੱਚ ਜੀਵ ਸੌਦਾ ਕਰ ਰਹੇ ਨੇ। ਅਤੇ ਤੀਸਰਾ ਅਰਥ ਇਸ ਦਾ ਇਸ ਤਰ੍ਹਾਂ ਵੀ ਕੀਤਾ ਜਾਂਦਾ ਹੈ, ਜੋ ਪਹਿਲਾਂ ਵੀ ਵਿਚਾਰ ਆਪ ਜੀ ਦੇ ਨਾਲ ਕੀਤੀ। ਤਿੰਨ ਭਵਨ ਕਿਹੜੇ ਨੇ? ਸਤ ਸੰਗਤ ਰੂਪੀ ਸ਼ਹਿਰ ਹੈ। ਸਤ ਸੰਗਤ ਰੂਪੀ ਸ਼ਹਿਰ ਦੇ ਵਿੱਚ ਤਿੰਨ ਬਾਜ਼ਾਰ ਹਨ, ਅਤੇ ਇੱਥੇ ਜਗਿਆਸੂ ਗੁਰਸਿੱਖ ਆ ਕੇ ਵਪਾਰ ਕਰਦੇ ਨੇ। ਉਹ ਤਿੰਨ ਬਾਜ਼ਾਰ ਕਿਹੜੇ ਨੇ? ਸਰਵਣ ਮੰਨਣ ਨਿਧਿਆਸਣ ਦੇ। ਕੋਈ ਗੁਰਮੁਖ ਪਿਆਰਾ ਇੱਥੇ ਆ ਕੇ ਗੁਰਬਾਣੀ ਸਰਵਣ ਕਰ ਰਿਹਾ ਹੈ, ਕੋਈ ਗੁਰਮੁਖ ਪਿਆਰਾ ਇੱਥੇ ਆ ਕੇ ਮੰਨਣ ਕਰ ਰਿਹਾ ਹੈ, ਕੋਈ ਗੁਰਮੁਖ ਪਿਆਰਾ ਗੁਰਬਾਣੀ ਗੁਰੂ ਦੇ ਉਪਦੇਸ਼ ਨੂੰ ਕਮਾ ਰਿਹਾ ਹੈ। ਇਸ ਪ੍ਰਕਾਰ ਤਿੰਨਾਂ ਸਾਧਨਾ ਰੂਪੀ ਬਾਜ਼ਾਰ ਦੇ ਵਿੱਚ ਗੁਰਸਿੱਖ ਵਪਾਰ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਅੱਗੇ ਫਰਮਾਉਂਦੇ ਨੇ, ਸੱਚ ਵੱਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਭਾਈ ਇਸ ਪਸਾਰੇ ਵਾਲੇ ਸੰਸਾਰ ਦੇ ਵਿੱਚ ਨਾ, ਜਿਨ੍ਹਾਂ ਨੇ ਸੱਚ ਨਾਮ ਰੂਪੀ ਧਨ ਨੂੰ ਆਪਣੇ ਅੰਤਹਿਕਰਨ ਰੂਪੀ ਗੱਡੇ 'ਤੇ ਲੱਦ ਲਿਆ ਹੈ ਨਾ, ਉਹ ਦੁਨੀਆ ਦੇ ਵਿੱਚ ਸੱਚੇ ਹਨ। ਜਿਨ੍ਹਾਂ ਨੇ ਅੰਤਹਿਕਰਨ ਰੂਪੀ ਧਨ ਨੂੰ, ਅੰਤਹਿਕਰਨ ਰੂਪੀ ਗੱਡੇ 'ਤੇ ਨਾਮ ਰੂਪੀ ਧਨ ਨੂੰ ਲੱਦ ਰਿਹਾ ਹੈ। ਸਾਧ ਸੰਗਤ ਜੀ, ਅੱਜ ਦੁਨੀਆ ਦੇ ਵਿੱਚ ਅਸੀਂ ਬੈਂਕ ਬੈਲੈਂਸ ਤੇ ਬਹੁਤ ਬਣਾ ਲਿਆ, ਮਾਇਆ ਤੇ ਬਹੁਤ ਇਕੱਤਰਿਤ ਕਰ ਲਈ ਹੈ, ਪਰ ਨਾਮ ਰੂਪੀ ਧਨ ਤੋਂ ਅਸੀਂ ਵਾਂਝੇ ਹਾਂ। ਨਾਮ ਰੂਪੀ ਧਨ ਸਾਡੇ ਕੋਲ ਨਹੀਂ ਹੈ। ਅਤੇ ਗੁਰਬਾਣੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੰਗਾਲ ਗਰੀਬ ਉਸ ਨੂੰ ਕਿਹਾ ਹੈ ਜਿਸ ਦੇ ਕੋਲ ਨਾਮ ਰੂਪੀ ਧਨ ਨਹੀਂ, ਗੁਰਬਾਣੀ ਨਹੀਂ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਕਹੈ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਨਿਰਧਨ ਕੌਣ ਨੇ? ਕੰਗਾਲ ਕੌਣ ਨੇ? ਜਿਨ੍ਹਾਂ ਦੇ ਅੰਦਰ ਨਾਮ ਰੂਪੀ ਧਨ ਨਹੀਂ ਹੈ। ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਕਾਨਪੁਰ ਯੂਪੀ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਗਏ ਹੋਏ ਸਨ। ਉਹਨਾਂ ਦਾ ਬਚਨ ਸੁਣਿਆ ਹੈ ਕਿ ਉੱਥੇ ਕਾਨਪੁਰ ਦੇ ਵਿੱਚ ਰਹਿਣ ਵਾਲਾ ਬਹੁਤ ਵੱਡਾ ਸੇਠ ਧਨਾਢ ਮਾਇਆਪਤੀ ਮਹਾਂਪੁਰਸ਼ਾਂ ਨੂੰ ਲੈਣ ਵਾਸਤੇ ਸਤਿਕਾਰ ਦੇ ਨਾਲ ਆਇਆ, ਅਤੇ ਮਹਾਂਪੁਰਸ਼ਾਂ ਨੂੰ ਆ ਕੇ ਕਹਿਣ ਲੱਗਾ, ਮਹਾਂਪੁਰਸ਼ੋ, ਮੈਂ ਇੱਥੋਂ ਦਾ ਬਹੁਤ ਵੱਡਾ ਧਨਾਢ ਪੁਰਸ਼ ਹਾਂ, ਬਹੁਤ ਮੇਰੇ ਕੋਲ ਮਾਇਆ ਹੈ, ਮੈਂ ਸ਼ਾਹੂਕਾਰ ਹਾਂ। ਅਤੇ ਉਸ ਵੇਲੇ ਮਹਾਂਪੁਰਸ਼ ਕਿਸੇ ਦੀ ਖੁਸ਼ਾਮਦੀ ਨਹੀਂ ਕਰਦੇ ਹੁੰਦੇ। ਮਹਾਂਪੁਰਸ਼ਾਂ ਨੇ ਕਿਹਾ, ਭਾਈ ਜਪਜੀ ਸਾਹਿਬ ਦੀ ਗੁਰਬਾਣੀ ਕੰਠ ਹੈ? ਕਹਿਣ ਲੱਗਾ, ਮਹਾਂਪੁਰਸ਼ੋ ਗੁਰਬਾਣੀ ਤੇ ਮੈਨੂੰ ਕੰਠ ਨਹੀਂ ਹੈ। ਮਹਾਂਪੁਰਸ਼ ਕਹਿਣ ਲੱਗੇ, ਫਿਰ ਮੂਲ ਮੰਤਰ ਆਉਂਦਾ ਹੈ? ਕਹਿਣ ਲੱਗਾ, ਮਹਾਂਪੁਰਸ਼ੋ ਮੂਲ ਮੰਤਰ ਵੀ ਨਹੀਂ ਆਉਂਦਾ। ਮਹਾਂਪੁਰਸ਼ ਕਹਿਣ ਲੱਗੇ, ਫਿਰ ਤੂੰ ਕਾਹਦਾ ਧਨਾਢ, ਤੇਰੇ ਵਰਗਾ ਤੇ ਦੁਨੀਆ ਦੇ ਵਿੱਚ ਅਸੀਂ ਕੰਗਾਲ ਪੁਰਸ਼ ਹੀ ਕੋਈ ਵੇਖਣਾ ਨਹੀਂ ਕੀਤਾ। ਕਹੈ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਨਿਰਧਨ ਕੌਣ ਹੈ? ਕੰਗਾਲ ਕੌਣ ਹੈ? ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਨਹੀਂ ਹੈ, ਗੁਰਬਾਣੀ ਨਹੀਂ ਹੈ। ਅਤੇ ਸਤਿਗੁਰੂ ਸਾਹਿਬ ਜੀ ਇੱਥੇ ਬਚਨ ਕਰਦੇ ਨੇ, ਸੱਚ ਵੱਖਰ ਜਿੰਦੀ ਲੱਦਿਆ ਸੇ ਸੱਚੜੇ ਪਾਸਾਰ।
ਇਹ ਸੰਸਾਰ ਦੇ ਪਸਾਰੇ ਵਿੱਚ ਸੱਚੇ ਕੌਣ ਹਨ? ਜਿਨ੍ਹਾਂ ਨੇ ਨਾਮ ਰੂਪੀ ਲਾਭਦਾਇਕ ਸੌਦੇ ਨੂੰ ਅੰਤਹਿਕਰਨ ਰੂਪੀ ਗੱਡੇ ਤੇ ਲੱਦਿਆ ਹੋਇਆ ਹੈ। ਅੱਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਪਾਵਨ ਪਵਿੱਤਰ ਫਰਮਾਨ ਵੀ ਇਹ ਆਇਆ ਹੈ। ਦੁਨੀਆ ਦੇ ਮਨਮੁਖ ਜੀਵਾਂ ਦੀ ਜੋ ਹਾਲਤ ਹੈ ਉਸ ਬਾਰੇ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ। ਸੋ ਇਸ ਕਰਕੇ ਇਸ ਦੁਨੀਆ ਦੇ ਅੰਦਰ ਸਫਲ ਜੀਵਨ ਉਹਨਾਂ ਦਾ ਹੈ ਜਿਨ੍ਹਾਂ ਨੇ ਆਪਣੇ ਅੰਤਹਿਕਰਨ ਰੂਪੀ ਗੱਡੇ ਦੇ ਉੱਪਰ ਨਾਮ ਰੂਪੀ ਧਨ ਨੂੰ ਲੱਦ ਲੈਣਾ ਕੀਤਾ ਹੈ। ਕਿਉਂਕਿ ਸਾਧ ਸੰਗਤ ਜੀ, ਗੁਰਬਾਣੀ ਦਾ ਬਚਨ ਹੈ, ਮਨੁੱਖਾ ਦੇਹੀ ਦਾ ਸੰਸਾਰ ਵਿੱਚ ਆਉਣ ਦਾ ਮੁੱਖ ਪ੍ਰਯੋਜਨ ਇਹੀ ਹੈ। ਮਹਾਰਾਜ ਜੀ ਬਚਨ ਕਰਦੇ ਨੇ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਭਗਤ ਕਬੀਰ ਸਾਹਿਬ ਜੀ ਬਚਨ ਕਰਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾਏ ਹੀ ਲਾਹੋ। ਮਨੁੱਖਾ ਜਨਮ ਦਾ ਲਾਭ ਕੀ ਹੈ? ਗੋਬਿੰਦ ਨੂੰ ਭਜਣਾ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ। ਜਿਵੇਂ ਸਤਿਗੁਰੂ ਸਾਹਿਬ ਜੀ ਦੇ ਬਚਨ ਹਨ ਨਾ, ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨ ਰੂਤ ਨਾਹੀ ਨਾਹੀ, ਮਤ ਭਰਮ ਭੁੱਲਹੁ ਭੁੱਲਹੁ, ਮਨ ਰੁਤ ਨਾਮ ਰੇ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨੇ, ਸੱਚ ਵਖਰ ਜਿਨੀ ਲੱਦਿਆ, ਸੇ ਸੱਚੜੇ ਪਾਸਾਰ। ਇਸ ਪਸਾਰੇ ਅੰਦਰ, ਦੁਨੀਆ ਅੰਦਰ ਸੱਚੇ ਕੌਣ ਨੇ? ਕਿੰਨਾਂ ਦਾ ਆਇਆ ਹੋਇਆਂ ਦਾ ਸਫਲ ਹੈ? ਜਿਨ੍ਹਾਂ ਨੇ ਨਾਮ ਰੂਪੀ ਧਨ ਨੂੰ ਇਕੱਠਿਆਂ ਕੀਤਾ ਹੈ। ਆਇਆ ਤਾਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਬਾਣੀ ਦੇ ਅੰਦਰ ਕੁਝ ਉਦਾਹਰਨਾਂ ਦੇ ਕੇ ਮਨੁੱਖਾ ਦੇਹੀ ਦੀ ਸਫਲਤਾ ਦਾ ਵਰਣਨ ਕੀਤਾ ਹੈ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ, ਜਿਵੇਂ ਘਰ ਦੇ ਵਿੱਚ ਕੋਈ ਕੁਵਾਰੀ ਕੰਨਿਆ ਹੋਵੇ ਨਾ, ਤੇ ਮਾਤਾ ਪਿਤਾ ਉਸ ਨੂੰ ਬਹੁਤ ਲਾਡ ਲਡਾਉਂਦੇ ਨੇ, ਪਰ ਉਹੀ ਕੁਵਾਰੀ ਕੰਨਿਆ ਜੇ ਵਿਆਹ ਕੇ ਸਹੁਰੇ ਘਰ ਦੇ ਵਿੱਚ ਚਲੀ ਜਾਵੇ, ਉੱਥੇ ਸਹੁਰੇ ਪਰਿਵਾਰ ਵਾਲੇ ਉਸ ਦੇ ਨਾਲ ਲਾਡ ਨਹੀਂ ਕਰਦੇ। ਉੱਥੇ ਉਹ ਕੰਨਿਆ ਆਪਣੇ ਗੁਣਾਂ ਕਰਕੇ, ਆਪਣੇ ਕਿਰਦਾਰ ਕਰਕੇ ਸ਼ੋਭਾ ਪਾਉਂਦੀ ਹੈ, ਮਾਣ ਸਤਿਕਾਰ ਪਾਉਂਦੀ ਹੈ। ਇਸੇ ਤਰ੍ਹਾਂ ਕੋਈ ਮਨੁੱਖ ਲਾਭ ਪ੍ਰਾਪਤ ਕਰਨ ਵਾਸਤੇ ਪ੍ਰਦੇਸ਼ ਦੇ ਵਿੱਚ ਚਲਿਆ ਜਾਵੇ, ਜੇ ਤੇ ਉੱਥੇ ਮੂਲ ਦੇ ਨਾਲ ਲਾਭ ਵੀ ਲੈ ਕੇ ਆਉਂਦਾ ਹੈ, ਫਿਰ ਉਸ ਨੂੰ ਸਾਰੇ ਮਾਣ ਸਤਿਕਾਰ ਦਿੰਦੇ ਨੇ, ਸ੍ਰੇਸ਼ਟ ਪੁੱਤਰ ਕਹਿੰਦੇ ਨੇ। ਤੀਸਰੀ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਕੋਈ ਸੂਰਮਾ ਪਰਾਈ ਫੌਜ ਦੇ ਉੱਪਰ, ਸੈਨਾ ਦੇ ਉੱਪਰ ਇਕੱਲਾ ਹੀ ਚੜ੍ਹ ਜਾਵੇ ਜੰਗ ਕਰਨ ਵਾਸਤੇ, ਜੇ ਤੇ ਯੁੱਧ ਜਿੱਤ ਕੇ ਉਹ ਵਾਪਸ ਆ ਜਾਵੇ, ਫਿਰ ਤੇ ਉਸ ਨੂੰ ਸ੍ਰੇਸ਼ਟ ਸੂਰਮਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਮਨੁੱਖਾ ਦੇਹੀ ਸਵਾਸ ਬਖਸ਼ ਕੇ ਮਾਤ ਲੋਕ ਕੇ ਭੇਜਿਆ ਸੀ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਹੇ ਪ੍ਰਾਣੀ ਤੂੰ ਇੱਥੇ ਲਾਭ ਲੈਣ ਤੇ ਵਾਸਤੇ ਆਇਆ ਹੈ, ਪਰ ਲੱਗਾ ਕਿ ਤੂੰ ਕੁਫੱਕੜੇ ਸਾ ਮੁਕਦੀ ਚੱਲੀ ਰਹਿਣ। ਜੇ ਇੱਥੇ ਆ ਕੇ ਕੰਮਾਂ ਧੰਦਿਆਂ ਦੇ ਵਿੱਚ, ਮੋਹ ਮਾਇਆ ਦੇ ਵਿੱਚ ਫਸ ਕੇ ਮਨੁੱਖਾ ਦੇਹੀ ਵਿਅਰਥ ਗਵਾ ਦਿੱਤੀ, ਫਿਰ ਇਹ ਮਨੁੱਖਾ ਦੇਹੀ ਸਫਲ ਨਹੀਂ ਹੋਣੀ। ਪਰ ਇਹ ਮਨੁੱਖਾ ਦੇਹੀ ਨੂੰ, ਸਵਾਸਾਂ ਨੂੰ ਜੇ ਨਾਮ ਜਪ ਕੇ ਗੁਰਬਾਣੀ ਪੜ੍ਹ ਕੇ ਸਫਲ ਕਰ ਲਿਆ, ਤੇ ਵਾਹਿਗੁਰੂ ਪਰਮੇਸ਼ਰ ਵੀ ਦਰਗਾਹ ਦੇ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਦਿੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਬਚਨ ਕਰਦੇ ਨੇ, ਨਹਿਰ ਕਵਾਰ ਕੰਨਿਆ ਲਾਡਲੀ ਕੈ ਮਾਨੀਅਤ, ਵਿਆਹੇ ਸਸੁਰਾਲ ਜਾਏ ਗੁੰਨਨ ਕੈ ਮਾਨੀਐ, ਬਨ ਜੋ ਬਿਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ, ਕਹੀਏ ਸਪੂਤ ਲਾਭ ਲੱਭਤ ਕਿਆਨੀਐ, ਜੈਸੇ ਪਰ ਦਲ ਮੈਂ ਅਕੇਲੋ ਜਾਏ, ਜੀਤ ਆਵੇ ਸੋਈ ਸੂਰ ਸੁਭਟ ਬਖਾਨੀਐ, ਮਾਨਸ ਜਨਮ ਪਾਏ ਚਰਨ ਸ਼ਰਨ ਗੁਰ,
ਸਾਧ ਸੰਗ ਮਿਲੈ ਗੁਰਦੁਆਰ ਪਹਿਚਾਨੀਐ। ਮਨੁੱਖਾ ਦੇਹੀ ਪਾ ਕੇ ਜੋ ਸਤ ਸੰਗਤ ਦੇ ਵਿੱਚ ਆਉਂਦਾ, ਨਾਮ ਜਪਦਾ, ਗੁਰਬਾਣੀ ਪੜ੍ਹਦਾ ਹੈ, ਉਹੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਪ੍ਰਾਪਤ ਕਰਦੇ ਨੇ। ਇਸ ਕਰਕੇ ਮਹਾਰਾਜ ਜੀ ਬਚਨ ਕਰਦੇ ਨੇ, ਸੱਚ ਵਖਰ ਜਿਨੀ ਲੱਦਿਆ ਸੇ ਸੱਚੜੇ ਪਾਸਾਰ। ਅਗਲੀ ਪੌੜੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਨੇ, ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪੌਦੇ ਨਰਕ ਅੰਧਿਆਰ। ਇਹ ਦੁਨੀਆ ਦੀ ਕੈਸੀ ਹਾਲਤ ਹੈ, ਜੀਵ ਰੂਪੀ ਇਸਤਰੀ ਦੀ ਕੈਸੀ ਹਾਲਤ ਹੈ ਕਿ ਪ੍ਰੇਮ ਰੂਪੀ ਰਸਤੇ ਨੂੰ ਜਾਣਦੀ ਨਹੀਂ ਹੈ। ਭੁੱਲੀ ਫਿਰੈ ਗਵਾਰ, ਇਹ ਗਵਾਰ ਜੀਵ ਰੂਪ ਇਸਤਰੀ ਬੇਸਮਝ ਭੁੱਲ ਕਰਕੇ 84 ਲੱਖ ਜੂਨਾਂ ਦੇ ਵਿੱਚ ਫਿਰ ਰਹੀ ਹੈ। ਪ੍ਰੇਮ ਸਾਧ ਸੰਗਤ ਜੀ ਇੱਕ ਇਹੋ ਜਿਹੀ ਚੀਜ਼ ਹੈ, ਜਿਵੇਂ ਲਾੜੇ ਤੋਂ ਬਿਨਾਂ ਬਰਾਤ ਨਹੀਂ ਨਾ ਸ਼ੋਭਦੀ, ਇਉਂ ਪ੍ਰੇਮ ਤੋਂ ਕੀਤਾ ਹੋਇਆ ਧਾਰਮਿਕ ਕਰਮ ਸ਼ੋਭਦਾ ਨਹੀਂ ਹੈ। ਪ੍ਰੇਮ ਦੇ ਨਾਲ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਗੁਰੂ ਘਰ ਦੇ ਵਿੱਚ ਲਾਭਵੰਦ ਹੈ। ਪ੍ਰੇਮ ਦੇ ਨਾਲ ਪੜ੍ਹੀ ਹੋਈ ਥੋੜ੍ਹੀ ਗੁਰਬਾਣੀ, ਪੜ੍ਹਿਆ ਹੋਇਆ ਨਾਮ, ਜਪਿਆ ਹੋਇਆ ਨਾਮ ਵੀ ਲਾਭਵੰਤ ਹੈ। ਅਤੇ ਪ੍ਰੇਮ ਤੋਂ ਬਿਨਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਅਧੂਰੀ ਹੈ। ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨੇ ਨਾ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਵਾਹਿਗੁਰੂ ਪਰਮੇਸ਼ਰ ਦੀ ਇੱਕ ਅਮੋਲਕ ਬਖਸ਼ਿਸ਼ ਹੈ, ਦਾਤ ਹੈ। ਪ੍ਰੇਮ ਵਾਲਾ ਜਿਹੜਾ ਰਸਤਾ ਹੈ ਨਾ, ਇਸ ਨੂੰ ਬਿਹੰਗ ਮਾਰਗ ਕਿਹਾ ਜਾਂਦਾ ਹੈ। ਅਤੇ ਜੋ ਹੱਠ ਯੋਗ ਦਾ ਕਰਮ ਕਾਂਡ ਦਾ ਰਸਤਾ ਹੈ, ਇਸ ਨੂੰ ਕੀਟੀ ਮਾਰਗ ਕਿਹਾ ਜਾਂਦਾ ਹੈ। ਜਿਵੇਂ ਇੱਕ ਰੁੱਖ ਦੇ ਉੱਪਰ ਜੇ ਪੰਛੀ ਨੇ ਚੜ੍ਹਨਾ ਹੋਵੇ ਤਾਂ ਉਸ ਨੂੰ ਕੋਈ ਮੁਸ਼ਕਲ ਨਹੀਂ ਹੁੰਦੀ, ਖੰਭ ਮਾਰਦਾ ਹੈ ਅਤੇ ਛੇਤੀ ਨਾਲ ਰੁੱਖ 'ਤੇ ਚੜ੍ਹ ਜਾਂਦਾ ਹੈ। ਪ੍ਰੇਮ ਵਾਲੇ ਦੀ ਵਿਵਸਥਾ ਇਸੇ ਪ੍ਰਕਾਰ ਦੀ ਹੈ। ਪ੍ਰੇਮੀ ਥੋੜ੍ਹੀ ਬਾਣੀ ਪੜ੍ਹਦਾ, ਥੋੜ੍ਹਾ ਨਾਮ ਜਪਦਾ, ਸਤ ਸੰਗਤ ਕਰਦਾ ਹੈ ਅਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਹੋਣ ਰੂਪੀ ਮੰਜ਼ਿਲ 'ਤੇ ਪਹੁੰਚ ਜਾਂਦਾ ਛੇਤੀ ਨਾਲ। ਪਰ ਜਿਹੜਾ ਹੱਠ ਯੋਗ ਦਾ ਰਸਤਾ ਹੈ, ਕਰਮ ਕਾਂਡ ਦਾ ਰਸਤਾ, ਉਹ ਕੀੜੀ ਵਰਗਾ ਰਸਤਾ ਹੈ। ਜਿਵੇਂ ਕੀੜੀ ਜੜ੍ਹ ਨਾਲ ਲੱਗ ਕੇ ਇੱਕ ਟਾਹਣੀ 'ਤੇ ਚੜ੍ਹੇਗੀ, ਟਾਹਣੀ ਤੋਂ ਚੜ੍ਹਦਿਆਂ ਪੱਤਿਆਂ 'ਤੇ ਹੁੰਦਿਆਂ ਹੋਇਆਂ ਫਿਰ ਮੰਜ਼ਿਲ 'ਤੇ ਪਹੁੰਚਦੀ ਹੈ। ਕਰਮ ਕਾਂਡੀ ਦੀ ਹੱਠ ਯੋਗ ਦੀ ਵਿਵਸਥਾ ਇਸ ਪ੍ਰਕਾਰ ਦੀ ਹੈ, ਉਹ ਕਠਿਨ ਰਸਤਾ ਹੈ। ਇਸ ਕਰਕੇ ਪ੍ਰੇਮ ਦੇ ਰਸਤੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਪ੍ਰਧਾਨਤਾ ਦਿੱਤੀ ਹੈ। ਜਿਵੇਂ ਅਗਸਤ ਮੁਨੀ ਜੀ ਦੇ ਪਾਸੋਂ ਉਹਨਾਂ ਦੇ ਕਿਸੇ ਸ਼ਿਸ਼ ਨੇ ਪੁੱਛਿਆ ਕਿ ਹੇ ਮਹਾਰਾਜ, ਧਰਮ ਦਾ ਸਾਰ ਕੀ ਹੈ, ਧਰਮ ਦਾ ਮੁੱਢ ਕੀ ਹੈ? ਅਤੇ ਫਿਰ ਜੀਵਨ ਦੇ ਵਿੱਚ ਪਾਪ ਤਾਂ ਬਹੁਤ ਹੋ ਜਾਂਦੇ ਨੇ ਅਤੇ ਜੀਵਨ ਤਾਂ ਬਹੁਤ ਛੋਟਾ ਜਿਹਾ ਹੈ। ਤੁਸੀਂ ਮੇਰੇ ਤਾਈਂ ਇੱਕ ਇਹੋ ਜਿਹੀ ਕੁੰਜੀ ਦੇਣਾ ਕਰੋ, ਜਿਸ ਕੁੰਜੀ ਦੇ ਨਾਲ ਸਾਰੇ ਦਰਵਾਜ਼ੇ ਖੁੱਲ੍ਹ ਜਾਣ, ਸਾਰੇ ਮਸਲੇ ਹੱਲ ਹੋ ਜਾਣ। ਅਤੇ ਅਗਸਤ ਮੁਨੀ ਜੀ ਕਹਿਣ ਲੱਗੇ, ਜੇ ਸਾਰੇ ਰਸਤਿਆਂ ਨੂੰ ਖੋਲ੍ਹਣਾ ਚਾਹੁੰਦਾ ਹੈ ਨਾ, ਅਤੇ ਸਾਰਿਆਂ ਰਸਤਿਆਂ ਦਾ ਹੱਲ ਇੱਕੋ ਸਿਰਫ ਪ੍ਰੇਮ ਹੈ। ਜੇ ਹਿਰਦੇ ਅੰਦਰ ਪ੍ਰੇਮ ਨਹੀਂ ਤਾਂ ਚੋਰੀ ਕੀਤੀ ਜਾਂਦੀ ਹੈ, ਜੇ ਹਿਰਦੇ ਅੰਦਰ ਪ੍ਰੇਮ ਨਹੀਂ ਤਾਂ ਕਿਸੇ ਦੀ ਹੱਤਿਆ ਕੀਤੀ ਜਾਂਦੀ ਹੈ, ਜੇ ਹਿਰਦੇ ਅੰਦਰ ਪ੍ਰੇਮ ਨਹੀਂ ਤਾਂ ਕਿਸੇ ਦੇ ਨਾਲ ਈਰਖਾ ਕੀਤੀ ਜਾਂਦੀ ਹੈ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕੀਤੇ ਨੇ, ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਤੇ ਮਹਾਰਾਜ ਜੀ ਕਹਿੰਦੇ, ਮਨਮੁਖ ਜੀਵ ਦੀ ਕੈਸੀ ਹਾਲਤ ਹੋ ਰਹੀ ਹੈ, ਪੰਥਾ ਪ੍ਰੇਮ ਨਾ ਜਾਣੈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪੌਦੇ ਨਰਕ ਅੰਧਿਆਰ। ਜਿਹੜੇ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੰਦੇ ਨੇ, ਉਹ ਅਗਿਆਨੀ ਪੁਰਸ਼ ਨਰਕਾਂ ਦੇ ਵਿੱਚ ਪੈਣਾ ਕਰਦੇ ਹਨ, ਉਹਨਾਂ ਨੂੰ ਨਰਕਾਂ ਦੇ ਵਿੱਚ ਦੁੱਖ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ, ਲੱਖ 84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ। ਇਹ ਮਨੁੱਖਾ ਦੇਹੀ ਨਾਮ ਜਪਣ ਵਾਸਤੇ ਮਿਲੀ ਹੈ। ਜਿਵੇਂ ਭਰਥਰੀ ਜੀ ਨੇ ਕਿਹਾ ਹੈ ਨਾ, ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਨ ਹੇਤ ਜਗਦੀਸ਼ ਦਿਓ। ਇਹ ਤਨ ਸਰੀਰ ਚੇਤਨ ਵਾਸਤੇ ਮਿਲਿਆ ਵਾਹਿਗੁਰੂ ਪਰਮੇਸ਼ਰ ਨੂੰ, ਭੋਗਾਂ ਪਦਾਰਥਾਂ ਵਾਸਤੇ ਨਹੀਂ ਮਿਲਿਆ। ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰੋ। ਨਾਮ ਜਪ ਕੇ, ਗੁਰਬਾਣੀ ਪੜ੍ਹ ਕੇ ਸਾਡਾ ਵੀ ਜੀਵਨ ਸਫਲ ਹੋਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਇਹ ਪਾਵਨ ਪਵਿੱਤਰ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ ਆਇਆ ਹੋਇਆ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸੇ ਤਾਂ ਕਿ ਲੋਕ ਪਰਲੋਕ ਸੁਹੇਲਾ ਹੋ ਸਕੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪ ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ 'ਤੇ ਪ੍ਰਵਾਨ ਕਰਨ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਪਾਉਣ। ਅਖੀਰ 'ਤੇ ਆਪ ਸਮੂਹ ਸਾਧ ਸੰਗਤ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੇ ਅਸਥਾਨਾਂ 'ਤੇ ਹਾਜ਼ਰੀ ਭਰਵਾਈ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਸਮੂਹ ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਂਦੀ ਹੈ। ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਗੁਰਬਾਣੀ ਦੇ ਪਾਠ ਬੋਧ ਸਮਾਗਮ ਕੀਤੇ ਜਾ ਰਹੇ ਹਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਉਹਨਾਂ ਪਾਠ ਬੋਧ ਸਮਾਗਮਾਂ ਦੇ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਦੀ ਸੁੱਧ ਸੰਥਿਆ ਪ੍ਰਾਪਤ ਕਰਕੇ ਗੁਰੂ ਘਰ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕਰੀਏ ਜੀ। ਇਤਨੀਆਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਸਤਿਗੁਰੂ ਸਾਹਿਬ ਜੀ ਨੇ ਆਪ ਸੰਗਤਾਂ ਨੇ ਬਖਸ਼ਿਸ਼ ਕਰਨੀ ਹੈ ਜੀ। ਪੰਥਾ ਪ੍ਰੇਮ ਨਾ ਜਾਣਈ ਭੁੱਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪੌਦੇ ਨਰਕ ਅੰਧਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੁ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਾਲਾਹ ਤੇਰੀ, ਨਾਮ ਮਨ ਵਸਾਵੈ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।
ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਾਰਣ ਲਾਗੇ ਵਾਜੇ ਅਨਹਦ ਤੂਰੇ ਸਲੋਕ। ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੁਮ